Hello students, today we are going to discuss about nucleus in this video. Last time we had discussed about cell membrane and cytoplasm. This is a topic of class 8th, chapter 8, cell structure and functions. So let's get started. Let's learn about nucleus. What is a nucleus? Nucleus is an important component of the living cell. हर living cell the important component कौन होंदा न्यूक्लियस होंदा इट इज़ जनरली स्फेरिकल एंड लोकेटेड इन द सेंटर ऑफ द सैल जनरली स्फेरिकल शेप ਦਾ ਹੋਏਗਾ ਤੇ ਲੋਕੇਟਡ ਕਿੱਥੇ ਹੁੰਦਾ ਸੈੱਲ ਦੇ ਸੈਂਟਰ ਦੇ ਵਿੱਚ ਇਟ ਕੈਨ ਬੀ ਸਟੇਨ ਐਂਡ ਸੀਨ ਈਜ਼ੀਲੀ ਵਿਦ ਦੀ ਹੈਲਪ ਆਫ ਅ ਮਾਈਕਰੋਸਕੋਪ ਇਹਨੂੰ ਸਟੇਨ ਵੀ ਕੀਤਾ ਜਾ ਸਕਦਾ ਕੋਈ ਕੈਮੀਕਲ ਆ ਉਹਦੇ ਜਦੋਂ ਸਟੇਨ ਕਰਦੇ ਆ ਤਾਂ ਕਲਰ ਸ਼ੋ ਕਰਦਾ ਹੈ ਇਹਨੂੰ ਸਟੇਨ ਕੀਤਾ ਜਾ ਸਕਦਾ ਐਂਡ ਸੀਨ ਈਜ਼ੀਲੀ ਵਿਦ ਦੀ ਹੈਲਪ ਆਫ ਮਾਈਕਰੋਸਕੋਪ ਦੇ ਨਾਲ ਈਜ਼ੀਲੀ ਵਿਜ਼ੀਬਲ ਹੋ ਜਾਂਦਾ ਹੈ Nucleus is separated from the cytoplasm by a membrane called the nuclear membrane. Nucleus है nucleus cytoplasm तो एक membrane ਦੇ ਨਾਲ separated ਹੁੰਦਾ ਜਿਹਦਾ ਨਾਮ ਹੈ nuclear membrane. This membrane is also porous and allows the movement of material between the cytoplasm and inside the nucleus. ਜਿਵੇਂ ਆਪਾਂ ਸੈੱਲ ਮੈਂਬਰੇਨ ਦੇ ਵਿੱਚ ਦੇਖਿਆ ਸੀਗਾ ਕਿ ਉਹ ਪੋਰਸ ਹੁੰਦੀ ਆ ਪੋਰਸ ਹੁੰਦੇ ਛੋਟੇ ਛੋਟੇ ਜਿਹਦੇ ਕਰਕੇ ਸੈੱਲ ਮੈਂਬਰੇਨ ਦੇ ਵਿੱਚ ਬਾਹਰ ਤੋਂ ਕੋਈ ਵੀ ਮਟੀਰੀਅਲ ਅੰਦਰ ਆ ਸਕਦਾ ਅਤੇ ਅੰਦਰ ਦਾ ਮਟੀਰੀਅਲ ਬਾਹਰ ਜਾ ਸਕਦਾ ਇਸੇ ਤਰ੍ਹਾਂ ਨਿਊਕਲੀਅਸ ਦੇ ਬਾਹਰ ਵੀ ਇੱਕ ਮੈਂਬਰੇਨ ਪ੍ਰੈਜ਼ੈਂਟ ਹੈ ਜਿਹਨੂੰ ਆਪਾਂ ਨਿਊਕਲੀਅਰ ਮੈਂਬਰੇਨ ਕਹਿੰਦੇ ਆ ਇਹ ਵੀ ਪੋਰਸ ਹੁੰਦੀ ਹੈ ਇਹ ਅਲਾਉ ਕਰਦੀ ਹੈ ਮੂਵਮੈਂਟਸ ਨੂੰ ਨਿਊਕਲੀਅਸ ਸਾਈਟੋਪਲਾਜ਼ਮ ਤੋਂ ਨਿਊਕਲੀਅਸ ਦੇ ਵਿੱਚ ਅਤੇ ਜੇ ਨਿਊਕਲੀਅਸ ਤੋਂ ਕੋਈ ਚੀਜ਼ ਬਾਹਰ ਜਾਣੀ ਹੈ ਉਹਨੂੰ ਅਲਾਉ ਕਰਦੀ ਹੈ ਕਲੀਅਰ ਵਿਦ ਅ ਮਾਈਕਰੋਸਕੋਪ ਆਫ ਹਾਈਅਰ ਮੈਗਨੀਫਿਕੇਸ਼ਨ ਹੁਣ ਇਹਨਾਂ ਨੇ ਕਿਹਾ ਕਿ ਜਿਹੜਾ ਮਾਈਕਰੋਸਕੋਪ ਹੈ ਜਿਹੜਾ ਸਿੰਪਲ ਮਾਈਕਰੋਸਕੋਪ ਆ ਉਹਦੇ ਨਾਲ ਤਾਂ ਸਾਨੂੰ ਸਟੇਨ ਕੀਤਾ ਹੋਇਆ ਇੱਕ ਸੈਂਟਰ ਦੇ ਵਿੱਚ ਸਫੈਰੀਕਲ ਸਟਰਕਚਰ ਦਿਖਦੀ ਹੈ ਜਿਹਨੂੰ ਆਪਾਂ ਨਿਊਕਲੀਅਸ ਕਹਿ ਦਿੰਦੇ ਹਾਂ ਪਰ ਜੇ ਆਪਾਂ ਮੈਗਨੀਫਿਕੇਸ਼ਨ ਹਾਈ ਮੈਗਨੀਫਿਕੇਸ਼ਨ ਵਾਲਾ ਮਾਈਕਰੋਸਕੋਪ ਯੂਜ਼ ਕਰੀਏ ਤਾਂ ਸਾਨੂੰ ਇੱਕ ਹੋਰ ਛੋਟੀ ਸਫੈਰੀਕਲ ਬੋਡੀ ਦਿਖਦੀ ਹੈ ਨਿਊਕਲੀਅਸ ਦੇ ਅੰਦਰ ਜਿਹਨੂੰ ਆਪਾਂ ਬੋਲਦੇ ਹਾਂ ਨਿਊਕਲੀਓਲਸ ਸਪੈਲਿੰਗ ਦੇਖ ਲੈਣਾ ਇਹਦੇ ਕੀ ਨੇ ਨਿਊਕਲੀਅਸ ਦੇ ਅਤੇ ਨਿਊਕਲੀਓਲਸ ਦੇ ਨਿਊਕਲੀਓਲਸ ਨਿਊਕਲੀਅਸ ਦੇ ਵਿੱਚ ਪ੍ਰੈਜ਼ੈਂਟ ਹੁੰਦੀ ਸਫੈਰੀਕਲ ਬੋਡੀ In addition, nucleus contain thread-like structures called chromosomes. ਹੁਣ ਇਹਦੇ ਵਿੱਚ ਇਹਨਾਂ ਨੇ ਕਿਹਾ ਕਿ ਇਹਦੇ ਨਾਲ ਨਾਲ ਨਿਊਕਲੀਅਸ ਦੇ ਵਿੱਚ ਇੱਕ thread-like structures ਹੁੰਦੀਆਂ ਨੇ ਜਿਹਨੂੰ ਆਪਾਂ chromosomes ਕਹਿੰਦੇ ਆ chromosome ਦੀ definition ਵੀ underline ਕਰ ਲੈਣੀ what are the chromosomes? Chromosomes are the thread-like structure present in the nucleus. These carry genes and help in inheritance or transfer of characters from the parent to the offspring. क्रोमोसोम्स की कैरी करते हैं जीन्स कैरी करते हैं जीन्स का की काम है हेल्प इन इनहेरिटेंस और ट्रांसफर ऑफ करैक्टर्स फ्रॉम द पेरेंट टू द ऑफस्प्रिंग पेरेंट्स तो ऑफस्प्रिंग उन्होंने अगली जनरेशन तक ਜਿਹੜੇ ਕਰੈਕਟਰਸ ਨੇ ਪੇਰੈਂਟਸ ਦੇ ਟ੍ਰਾਂਸਫਰ ਕਰਨੇ ਆ ਉਹ ਕੌਣ ਰੋਲ ਪਲੇ ਕਰਦਾ ਜੀਨਸ ਪਲੇ ਕਰਦੇ ਨੇ ਜੀਨਸ ਕਿੱਥੇ ਪ੍ਰੈਜ਼ੈਂਟ ਹੁੰਦੇ ਕ੍ਰੋਮੋਸੋਮਸ ਦੇ ਉੱਤੇ ਪ੍ਰੈਜ਼ੈਂਟ ਹੁੰਦੇ ਆ ਮੈਂ ਤੁਹਾਨੂੰ ਇੱਕ ਡਾਇਗਰਾਮ ਸ਼ੋ ਕਰੂੰਗੀ ਜਿਹਦੇ ਵਿੱਚ ਕਲੀਅਰਲੀ ਮੈਂਸ਼ਨ ਕੀਤਾ ਹੋਗਾ ਨਿਊਕਲੀਅਸ ਕੀ ਹੈ ਕ੍ਰੋਮੋਸੋਮ ਕਿੱਥੇ ਪ੍ਰੈਜ਼ੈਂਟ ਹੁੰਦੇ ਆ ਤੇ ਜੀਨਸ ਕਿਹੜੇ ਹੁੰਦੇ ਆ ਡੀਐਨਏ ਕਿਹੜਾ ਪਾਰਟ ਹੈ ਦ ਕ੍ਰੋਮੋਸੋਮ ਕੈਨ ਬੀ ਸੀਨ ਓਨਲੀ ਵੈਨ ਦੀ ਸੈੱਲ ਡਿਵਾਈਡ ਕ੍ਰੋਮੋਸੋਮ ਵੈਸੇ ਤਾਂ ਸਾਨੂੰ ਵਿਜ਼ੀਬਲ ਨਹੀਂ ਹੁੰਦੇ ਨੇ ਜਦੋਂ ਆਪਾਂ ਨੋਰਮਲੀ ਸੈੱਲ ਦੇਖਦੇ ਹਾਂ ਤਾਂ ਸਾਨੂੰ ਕ੍ਰੋਮੈਟਿਨ ਮਟੀਰੀਅਲ ਦਿਖਦਾ ਉਹਦੇ ਵਿੱਚ ਜਦੋਂ ਆਪਾਂ ਨਿਊਕਲੀਅਸ ਦੇਖਦੇ ਹਾਂ ਜਦੋਂ ਕਿਸੇ ਵੀ ਸੈੱਲ ਨੂੰ ਸਟੇਨ ਕੀਤਾ ਜਾਂਦਾ ਕੈਮੀਕਲ ਦੇ ਨਾਲ ਤਾਂ ਉਹਦੇ ਵਿੱਚੋਂ ਦੀ ਸਾਨੂੰ ਥ੍ਰੈਡ ਲਾਈਕ ਸਟਰਕਚਰਸ ਨਹੀਂ ਦਿਖਦੀਆਂ ਇੱਕ ਕ੍ਰੋਮੈਟਿਨ ਮਟੀਰੀਅਲ ਦਿਖਦਾ ਸਾਨੂੰ ਕ੍ਰੋਮੈਟਿਨ ਮਟੀਰੀਅਲ ਕ੍ਰੋਮੋਸੋਮ ਦੇ ਵਿੱਚ ਕਦੋਂ ਕਨਵਰਟ ਹੁੰਦਾ ਟ੍ਰਾਂਸਫਾਰਮ ਕਦੋਂ ਹੁੰਦਾ ਜਦੋਂ ਸੈੱਲ ਨੇ ਡਿਵਾਈਡ ਕਰਨਾ ਹੋਵੇ ਇਹ ਚੀਜ਼ ਨੂੰ ਧਿਆਨ ਰੱਖ ਲੈਣਾ ਤੁਸੀਂ ਵੀ ਕ੍ਰੋਮੋਸੋਮ ਸਾਨੂੰ ਕਦੋਂ ਵਿਜ਼ੀਬਲ ਹੋਣਗੇ ਜਦੋਂ ਸੈੱਲ ਨੇ ਡਿਵਾਈਡ ਕਰਨਾ ਸਿਰਫ ਉਦੋਂ ਹੀ ਸਾਨੂੰ ਕ੍ਰੋਮੋਸੋਮ ਵਿਜ਼ੀਬਲ ਹੋਣਗੇ ਅਦਰਵਾਈਜ਼ ਨਹੀਂ ਕ੍ਰੋਮੋਸੋਮ ਦਿਖਦੇ ਸੈੱਲ ਦੇ ਵਿੱਚ ਇਸ ਤੋਂ ਬਾਅਦ ਇਹਨਾਂ ਨੇ ਜੀਨਸ ਬਾਰੇ ਥੋੜ੍ਹਾ ਜਿਹਾ ਦਿੱਤਾ ਹੋਇਆ ਜੀਨਸ ਕੀ ਨੇ ਇਜ਼ ਅ ਯੂਨਿਟ ਆਫ ਇਨਹੈਰੀਟੈਂਸ ਇਨ ਲਿਵਿੰਗ ਔਰਗੈਨਿਜ਼ਮਸ ਇਹਦੇ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਪਿਕਚਰ ਦਿਖਾਉਣਾ ਚਾਹੂੰਗੀ ਜਿਹਦੇ ਵਿੱਚ ਕੀ ਹੈ ਅਲੱਗ ਤੋਂ ਦਿਖਾਇਆ ਹੋਇਆ ਇਹਨਾਂ ਨੇ ਕਿੱਥੇ ਪ੍ਰੈਜ਼ੈਂਟ ਹੁੰਦੇ ਜੀਨਸ ਕ੍ਰੋਮੋਸੋਮਸ ਕਿਹੜੇ ਹੁੰਦੇ ਨੇ ਹੁਣ ਤੁਸੀਂ ਪਿਕਚਰ ਦੇਖ ਰਹੇ ਹੋ ਇਹਦੇ ਵਿੱਚ ਜਿਹੜਾ ਇਹਨਾਂ ਨੇ ਯੈਲੋ ਕਲਰ ਦਾ ਪੋਰਸ਼ਨ ਦਿਖਾਇਆ ਹੋਇਆ ਇਹ ਸਾਰਾ ਨਿਊਕਲੀਅਸ ਵਾਲਾ ਪੋਰਸ਼ਨ ਦਿਖਾਇਆ ਹੋਇਆ ਸੈੱਲ ਦੇ ਅੰਦਰ ਹੈ ਸੈੱਲ ਦੇ ਅੰਦਰ ਨਿਊਕਲੀਅਸ ਵਾਲਾ ਪੋਰਸ਼ਨ ਕੱਲਾ ਦਿਖਾਇਆ ਹੋਇਆ ਹੁਣ ਨਿਊਕਲੀਅਸ ਦੇ ਵਿੱਚ ਇਹਨਾਂ ਨੇ ਦਿਖਾਇਆ ਹੋਇਆ ਕ੍ਰੋਮੋਸੋਮਸ ਨਿਊਕਲੀਅਸ ਵਾਲਾ ਸੈਂਟਰ ਦੇ ਵਿੱਚ ਦਿਖਾਇਆ ਹੋਇਆ ਉਹਦੇ ਵਿੱਚ ਬਲੂ ਕਲਰ ਦੇ ਜਿੰਨੀਆਂ ਵੀ ਆ ਸਾਰੀਆਂ ਸਟਰਕਚਰਸ ਨੇ ਕ੍ਰੋਮੋਸੋਮਸ ਦਿਖ ਰਹੇ ਨੇ ਕ੍ਰੋਮੋਸੋਮ ਉਦੋਂ ਹੀ ਦਿਖਣਗੇ ਜਦੋਂ ਸੈੱਲ ਨੇ ਡਿਵਾਈਡ ਕਰਨਾ ਫਿਰ ਬਾਅਦ ਵਿੱਚ ਇਹਨਾਂ ਨੇ ਕ੍ਰੋਮੋਸੋਮ ਦੀ ਇੱਕ ਸਟਰਕਚਰ ਨੂੰ ਥੋੜਾ ਲਾਰਜ ਕਰਕੇ ਦਿਖਾਇਆ ਹੋਇਆ
क्रोमोसोम्स ने। क्रोमोसोम्स ਨੂੰ ਅੱਗੇ ਹੋਰ ਇਹਨਾਂ ਨੇ ਖੋਲ੍ਹ ਕੇ ਦਿਖਾਇਆ ਹੋਇਆ ਵੀ क्रोमोसोम किस तरह ਹੁੰਦੇ ਨੇ। ਕੰਡੈਂਸ ਫਾਰਮ ਹੁੰਦੀ ਹੈ ਕਿਹਦੀ, DNA ਦੀ। ਹੁਣ ਇਹ ਜਦੋਂ ਇਹਨਾਂ ਨੇ ਦੇਖਿਆ ਤਾਂ ਅੰਦਰ ਕੀ ਹੈ, ਜੀਨਸ ਹੁੰਦੇ ਨੇ। क्रोमोसोम्स ਦੇ ਉੱਤੇ ਜੀਨਸ ਪ੍ਰੈਜ਼ੈਂਟ ਹੁੰਦੇ ਨੇ। ਜੀਨਸ ਕੀ ਨੇ, DNA ਦਾ ਪਾਰਟ ਹੁੰਦੇ ਆ। ਕਲੀਅਰ, ਜਿਹਦਾ ਦਾ ਕੰਮ ਕੀ ਆ, ਇਨਹੈਰੀਟੈਂਸ ਕਰਨਾ, ਕਰੈਕਟਰ ਨੂੰ ਟਰਾਂਸਫਰ ਕਰਨਾ ਪੇਰੈਂਟਸ ਤੋਂ ਅਗਲੀ ਜਨਰੇਸ਼ਨ ਤੱਕ। ਕਲੀਅਰ। ਸੈੱਲ ਹੈ, ਸੈੱਲ ਦੇ ਸੈਂਟਰ ਦੇ ਵਿੱਚ ਸਫੈਰੀਕਲ ਬੋਡੀ ਪ੍ਰੈਜ਼ੈਂਟ ਹੁੰਦੀ ਹੈ ਜਿਹਨੂੰ ਆਪਾਂ ਬੋਲਦੇ ਨਿਊਕਲੀਅਸ। ਨਿਊਕਲੀਅਸ ਦੇ ਵਿੱਚ ਨਿਊਕਲੀਓਲਸ ਪ੍ਰੈਜ਼ੈਂਟ ਹੁੰਦਾ। क्रोमैटिन मटीरियल प्रेजेंट होंदा। क्रोमैटिन मटीरियल कंडेंस हो जाता जो सैल ने डिवाइड होना उदों क्रोमोसोम च चेंज हो जाता। फिर क्रोमोसोम की स्ट्रक्चर इन्होंने थोड़ी इनलार्ज करके दिखाई हुई है। क्रोमोसोम किदे तो मिल के बनया होया, DNA तो मिल के बनया होया। क्लीयर। DNA तो हिस्टोन प्रोटीन्स होंदे ने वो मिल के बने हुए। ये अजे मैंशन नहीं किया होया हिस्टोन प्रोटीन का। जो तुसी हायर क्लास जाओगे फिर वो डिटेल ये बारे रीड करोगे। फिलहाल हले इस इत्थे तक ही ठीक है। जीन्स कित्थे प्रेजेंट होंदे आ, क्रोमोसोम्स दे उत्ते प्रेजेंट होंदे आ। जीन्स का की रोल है वो इहदे विच दिखाया होया इन्होंने पैराग्राफ दे विच दिता होया। जीन्स की ने, जीन इज़ दी यूनिट ऑफ इनहेरिटेंस इन लिविंग ऑर्गेनिज्म। इट कंट्रोल द ट्रांसफर ऑफ अ हेरिडिटरी करैक्टर फ्रॉम द पेरेंट्स टू ऑफस्प्रिंग। दिस मीन हेरिडिटरी करैक्टर नूं किद्दां कंट्रोल करता है इन्होंने थोड़ा जिहा एक्सप्लेन किया होया भी मान लो कि पेरेंट्स ने करैक्टर पास करते फॉर सम ऑफ देयर करैक्टर ऑन टू यू। इफ़ योर फादर हैज़ ब्राउन आइज़, जे फादर को ब्राउन आइज़ ने तो तुहाडे को भी मे ऑल्सो हैव ब्राउन आइज़। जे मदर दे करली एज ने तो यू मे ऑल्सो एंड अप हैविंग करली हेयर। हाउएवर द डिफरेंट कंबीनेशन ऑफ जीन फ्रॉम पेरेंट रिजल्ट इन डिफरेंट करैक्टरिस्टिक्स। पेरेंट्स दे जिहड़े कंबीनेशन होणगे जीन्स के उहदे तो जिहड़े ऑफस्प्रिंग दे करैक्टर्स वो वेरी करते हैं थोड़े जे। उस तो बाद न्यूक्लियस का दसिया इन्होंने। न्यूक्लियस इन एडिशन टू इट्स रोल इन इनहेरिटेंस। हुण इन्होंने कहा कि न्यूक्लियस का इनहेरिटेंस के रोल के नाल एक कंट्रोल सेंटर की तरह भी एक्ट करता। कंट्रोल सेंटर मतलब सैल दी जिन्नियां भी एक्टिविटीज़ ने वो कौन कंट्रोल करता, न्यूक्लियस में। इस करके इनू ब्रेन भी कहा जाता सैल का। द एंटायर कंटेंट ऑफ द लिविंग सैल इज़ नोन एज प्रोटोप्लाज्म। जिन्ना भी एंटायर कंटेंट आ सैल का, लिविंग कंटेंट आ, उहदे लई एक इन्होंने स्पैसिफिक टर्म यूज़ की है प्रोटोप्लाज्म। प्रोटोप्लाज्म की इंक्लूड करता, साइटोप्लाज्म एंड न्यूक्लियस। क्लीयर। साइटोप्लाज्म तो न्यूक्लियस मिलके की बनाते हैं लिविंग सैल। लिविंग सैल मीनस प्रोटोप्लाज्म। प्रोटोप्लाज्म इज़ कॉल्ड द लिविंग सबसटेंस ऑफ द सैल। इन्हों अंडरलाइन कर लेना। प्रोटोप्लाज्म इज़ कॉल्ड द लिविंग सबसटेंस ऑफ द सैल। प्रोटोप्लाज्म च की इंक्लूड होंदा, साइटोप्लाज्म एंड न्यूक्लियस। जे कोई सैल है, सैल के न्यूक्लियस अलग कर दिए तो सारा मटीरियल की होएगा साइटोप्लाज्म। जे सैल के नाल बस न्यूक्लियस भी इंक्लूड कर लेंगे हैं तो वो की होएगा प्रोटोप्लाज्म, लिविंग सैल होएगा। क्लीयर। हुण इहदे विच नीचे इन्होंने प्रोकैरियोट ते यूकैरियोट दे विच डिफरेंस दस्सिया होवे। प्रोकैरियोट किहड़े हुंदे ने, यूकैरियोट्स किहड़े हुंदे आ। न्यूक्लियस के अकॉर्डिंग इन्होंने मेन डिफरेंस दिता कि न्यूक्लियस ऑफ द बैक्टीरियल सैल इज़ नॉट वैल ऑर्गेनाइज्ड। जिहड़ा बैक्टीरियल सैल हुंदा उहदे विच न्यूक्लियस वैल ऑर्गेनाइज्ड नहीं हुंदा लाइक द सैल ऑफ मल्टी सैलुलर ऑर्गेनिजम्स। देयर इज़ नो न्यूक्लियर मैमब्रेन। की फर्क हुंदा इहदे विच, जिहड़ा बैक्टीरियल सैल दा न्यूक्लियस आ उहदे विच न्यूक्लियर मैमब्रेन प्रेजेंट नहीं हुंदी। द सैल्स हैविंग न्यूक्लियर मटीरियल विदाउट न्यूक्लियर मैमब्रेन इज़ आर टर्म्ड प्रोकैरियोटिक सैल्स। फिर वो वाले सैल जिन्हां दे विच न्यूक्लियर मटीरियल प्रेजेंट हुंदा पर न्यूक्लियर मैमब्रेन एबसेंट हुंदी है उन्हां सैल नूं बोलांगे प्रोकैरियोटिक सैल्स। द ऑर्गेनिज्म विद दीज काइंड ऑफ सैल आर कॉल्ड प्रोकैरियोट्स। ऑर्गेनिज्म जिन्हां कोल इस तरह के सैल प्रेजेंट होंदे उन्हां नूं प्रोकैरियोट्स बोलते हैं। जिवें कि बैक्टीरिया हो गया, ब्लू ग्रीन एल्गी हो गया। द सैल लाइक अनियन सैल, चीक सैल हैविंग वैल ऑर्गेनाइज्ड न्यूक्लियस विद द न्यूक्लियर मैमब्रेन। जिहड़े अनियन सैल होणगे, चीक सैल होणगे एनीमल प्लांट, बैक्टीरिया ब्लू ग्रीन एल्गी नूं छड्ड के बाकी जिन्ने भी सैल होणगे उन्हां दे विच वैल ऑर्गेनाइज्ड न्यूक्लियस होगा विद न्यूक्लियर मैमब्रेन होगी तो उन्हां सैल नूं बोलांगे यूकैरियोटिक सैल। ते जिन्हां ऑर्गेनिज्म दे विच ये वाले सैल प्रेजेंट होणगे उन्हां नूं यूकैरियोट्स बोलिया जांदा। क्लीयर। ओके।